इस तो पहला कि 1 to 1 प्रोग्राम की शुरुआत की जाए, कविता के कुछ बोल ਅਸੀਂ ਸੁਣਾਉਣੇ ਚਾਹਾਂਗੇ। ਮੇਰੇ ਨਾਲ ਨੇ ਰਾਮ ਸਿੰਘ ਬੰਗ ਸਾਹਿਬ, ਕੀ ਤੁਹਾਡੀ ਜਿਹੜੀ ਕਵਿਤਾ ਦੀਆਂ ਤੁਕਾਂ ਪਹਿਲਾਂ ਉਹ ਸੁਣਾਓ, ਉਸ ਤੋਂ ਬਾਅਦ ਆਪਾਂ ਤੁਹਾਡੀ ਲਾਈਫ ਬਾਰੇ ਗੱਲ ਸ਼ੁਰੂ ਕਰਾਂਗੇ। ਛੱਡ ਮੈਦਾਨ ਜਵਾਨੀ ਭੱਜੀ, ਅੱਖਾਂ ਮੀਚੀ ਲੋਕ ਖੜੇ ਨੇ। ਛੱਡ ਮੈਦਾਨ ਜਵਾਨੀ ਭੱਜੀ, ਅੱਖਾਂ ਮੀਚੀ ਲੋਕ ਖੜੇ ਨੇ। ਪੱਛਮ ਪਾਉਣਾ ਆਵਾਜ਼ਾਂ ਮਾਰਨ, ਜੋਬਨ ਰੁੱਤੇ ਕੰਮ ਬੜੇ ਨੇ। ਸੋ ਜੋਬਨ ਰੁੱਤ ਦੀਆਂ ਗੱਲਾਂ ਹੋ ਗਈਆਂ ਨੇ, ਮਿਹਨਤ ਦੀ ਗੱਲ ਆ ਗਈ ਆ, ਵਿਦੇਸ਼ਾਂ 'ਚ ਉਡਾਰੀ ਮਾਰਨ ਦੀ ਗੱਲ ਆ ਗਈ ਹੈ। ਮੇਰੇ ਨਾਲ ਨੇ ਰਾਮ ਸਿੰਘ ਬੰਗ, ਜੋ ਆਮ ਵਿਅਕਤੀ ਤੋਂ ਖਾਸ ਬਣੇ, ਮਿਹਨਤ ਕਰਕੇ ਚੰਗਾ ਮੁਕਾਮ ਹਾਸਲ ਕੀਤਾ। ਹੁਣ ਇਹ ਕਵਿਤਾਵਾਂ ਲਿਖਦੇ ਨੇ, ਗਜ਼ਲ ਲਿਖਦੇ ਨੇ, ਗਜ਼ਲ ਦੀ ਬਕਾਇਦਾ ਟ੍ਰੇਨਿੰਗ ਵੀ ਲਈ ਆ। ਪਰ ਗਜ਼ਲ ਵਾਲੇ ਮਾਮਲੇ 'ਤੇ ਕਦੇ ਫਿਰ ਇਹਨਾਂ ਨਾਲ ਗੱਲ ਕਰਾਂਗੇ। ਅੱਜ ਇਹਨਾਂ ਦੀ ਜ਼ਿੰਦਗੀ ਦੇ ਉਹ ਪੱਖ ਤੁਹਾਨੂੰ ਸੁਣਾਉਂਦੇ ਹਾਂ ਜੋ ਹਰ ਵਿਅਕਤੀ ਨਾਲ ਉਹ ਘਟਨਾਵਾਂ ਵਾਪਰਦੀਆਂ ਨੇ, ਪਰ ਉਸ ਤੋਂ ਸਕਸੈਸ ਕਿਵੇਂ ਹਾਸਲ ਕਰਨੀ ਆ, ਮਿਹਨਤ ਕਰਕੇ ਉਚਾਈਆਂ ਕਿਵੇਂ ਪ੍ਰਾਪਤ ਕਰਨੀਆਂ ਨੇ, ਉਹ ਇਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਗੱਲ ਕਰਦੇ ਹਾਂ, ਪਰ ਇੱਕ ਨਵੀਂ ਗੱਲ ਇਹਨਾਂ ਦੀ ਇਹ ਰਹੀ ਕਿ ਮਿਹਨਤ ਦੇ ਨਾਲ ਨਾਲ ਇਹਨਾਂ ਨੇ ਐਜੂਕੇਸ਼ਨ ਦਾ ਪੱਲਾ ਫੜੀ ਰੱਖਿਆ। ਚੰਗੀ ਐਜੂਕੇਸ਼ਨ ਵੀ ਹਾਸਲ ਕੀਤੀ, ਬੱਚਿਆਂ ਨੂੰ ਵੀ ਚੰਗਾ ਪੜ੍ਹਾਇਆ, ਆਪਣੀ ਲਾਈਫ ਵੀ ਸੈੱਟ ਕੀਤੀ। ਕਈਆਂ ਵਾਸਤੇ ਇਹ ਉਦਾਹਰਨ ਬਣ ਸਕਦੇ ਨੇ। ਬੰਗ ਸਾਹਿਬ, ਸਵਾਗਤ ਹੈ ਤੁਹਾਡਾ। ਮਿਹਰਬਾਨੀ। ਕੀ ਕਹਿਣਾ ਚਾਹੋਗੇ? ਤੁਹਾਡੀ ਆਪਾਂ ਲਾਈਫ ਤੋਂ ਸ਼ੁਰੂ ਕਰੀਏ, ਬਚਪਨ ਵਾਲੀ ਲਾਈਫ ਤੋਂ। ਸ਼ੁਰੂਆਤ ਤੁਹਾਡੀ ਜਿਹੜੀ ਲਾਈਫ ਕਿਵੇਂ ਦੀ ਸੀ, ਪਰਿਵਾਰ ਕਿਵੇਂ ਦਾ ਸੀ, ਕਿਸ ਤਰ੍ਹਾਂ ਦਾ ਕਾਰੋਬਾਰ ਸੀ ਬਚਪਨ ਦੇ ਵਿੱਚ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ? ਇਸ ਤਰ੍ਹਾਂ ਕਿ ਮੇਰੀ ਜਿਹੜੀ ਬਚਪਨ ਹੈ ਉਹ ਦੇਸ਼ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਹੈ। ਜਿਵੇਂ ਦੇਸ਼ 'ਚ ਪਰੇਸ਼ਾਨੀ ਆਈ ਅਤੇ ਪੰਜਾਬ 'ਚ ਦੇਸ਼ ਦੀ ਵੰਡ ਹੋਈ, ਪਾਕਿਸਤਾਨ ਬਣਿਆ। ਮੇਰਾ ਬਰਥ ਕਿਉਂਕਿ ਲਾਹੌਰ 'ਚ ਹੋਇਆ ਸੀ ਔਰ 2 ਮਹੀਨੇ ਪਹਿਲਾਂ ਹੀ ਹੋਇਆ ਸੀ, ਜੁਲਾਈ 'ਚ। ਔਰ ਅਗਸਤ ਸਤੰਬਰ 'ਚ ਅਸੀਂ ਉੱਥੋਂ ਮਤਲਬ ਪਰਿਵਾਰ ਨਿਕਲਿਆ ਹੈ 15 ਅਗਸਤ ਤੋਂ ਬਾਅਦ। ਬਚਪਨ ਜਿਹੜਾ ਮੇਰਾ ਹੈ ਉਹ ਬੜਾ ਦਰਦ ਭਰੀ ਦਾਸਤਾਨ ਤੋਂ ਹੀ ਸ਼ੁਰੂ ਹੁੰਦਾ ਹੈ, ਕਿਉਂਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਮੈਂ 2 ਮਹੀਨਿਆਂ ਦਾ ਸੀ ਔਰ ਲਾਹੌਰ ਹੀ ਮੇਰੀ ਪੈਦਾਇਸ਼ ਹੋਈ ਹੈ। ਪਿੰਡ ਕਾਨਾ ਖਾਸਾ ਸੀ ਸਾਡਾ, ਔਰ ਪਰਿਵਾਰ ਦਾ ਕਾਰੋਬਾਰ ਜਾਂ ਕਿੱਤਾ ਜਿਹੜਾ ਸੀ ਜ਼ਮੀਨ ਸੀ, ਖੇਤੀਬਾੜੀ ਸੀ ਔਰ ਹੋਰ ਵੀ ਕੰਮਕਾਰ ਸੀਗੇ। ਲੇਕਿਨ ਪਰਿਵਾਰ ਨੂੰ ਉੱਥੋਂ ਉੱਜੜਨਾ ਪਿਆ ਔਰ ਬਹੁਤ ਸਾਲਾਂ ਤੱਕ ਜ਼ਮੀਨ ਵੀ ਅਲਾਟ ਨਹੀਂ ਹੋਈ ਔਰ ਹਾਲਾਤ ਬਹੁਤ ਮਾੜੇ ਰਹੇ। ਉਹਦੇ ਵਿੱਚ ਪਿਤਾ ਜੀ ਦਿਲ ਛੱਡ ਕੇ ਇਸ ਗੱਲ ਤੋਂ ਸਾਧੂਪਨੇ ਵੱਲ ਨੂੰ ਚਲੇ ਗਏ ਥੋੜ੍ਹੇ, ਔਰ ਉਪਰਾਮਤਾ ਉਹਨਾਂ 'ਚ ਆ ਗਈ। ਉਹਨਾਂ ਨੇ ਘਰ ਦਾ ਧਿਆਨ ਚੜ੍ਹਨਾ ਛੱਡਤਾ, ਸਾਡੀ ਮਦਰ 'ਤੇ ਹੀ ਸਾਰਾ ਪਰਿਵਾਰ ਦਾ ਬੋਝ ਆ ਗਿਆ। ਅਤੇ ਉਹ ਮੈਂ ਸਭ ਤੋਂ ਪਰਿਵਾਰ 'ਚ 4 ਭੈਣਾਂ ਔਰ 2 ਭਰਾ ਸੀ। ਅਸੀਂ ਸਭ ਤੋਂ ਛੋਟਾ ਹੋਣ ਕਰਕੇ ਮੇਰੇ 'ਤੇ ਜ਼ਿਆਦਾ ਦਬਾਅ ਪਿਆ ਅਤੇ ਉਹਨਾਂ ਹਾਲਤਾਂ ਨੂੰ ਮੈਂ ਉਹਦੇ ਨਾਲ ਲੜਨਾ ਪਿਆ ਜ਼ਿੰਦਗੀ ਨਾਲ। ਮੈਂ ਪੜ੍ਹਾਈ ਠੀਕ ਢੰਗ ਨਾਲ ਨਹੀਂ ਬਚਪਨ 'ਚ ਕਰ ਸਕਿਆ, ਕਿਉਂਕਿ ਕੰਮ ਦੇ ਘਰ ਦੀਆਂ ਲੋੜਾਂ ਅਤੇ ਕੰਮਕਾਰ ਸੀ। ਖੇਤੀਬਾੜੀ ਥੋੜ੍ਹੀ ਬਹੁਤ ਮਿਲ ਗਈ ਸੀ ਜ਼ਮੀਨ ਸਾਨੂੰ, ਲੇਕਿਨ ਉਹਨੂੰ ਆਬਾਦ ਕਰਨਾ ਔਰ ਉਹ 'ਚੋਂ ਫਸਲ ਹਾਸਲ ਕਰਨੀ ਬੜੀ ਔਖੀ ਸੀ। ਅਤੇ ਮੈਂ ਛੋਟਾ ਜਿਹਾ ਸੀ, 13-14 ਸਾਲ ਦਾ ਜਦੋਂ ਹੋਵਾਂਗਾ, ਉਦੋਂ ਹਲ ਵਾਹੁਣਾ ਸਿੱਖ ਗਿਆ ਸੀ। ਹਲ ਵਾਹੁਣ 'ਤੇ ਆਪਾਂ ਬਾਅਦ 'ਚ ਆਉਂਦੇ ਹਾਂ। 47 ਦੀ ਜਦੋਂ ਬਟਵਾਰਾ ਹੋ ਜਾਂਦਾ ਹੈ, ਉੱਥੇ ਮਾਰਧੜ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਦਾ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋਇਆ? ਤੁਹਾਡੇ ਪਿਤਾ ਜੀ, ਮਾਤਾ ਜੀ ਦੱਸਦੇ ਹੋਣਗੇ। ਇਸ ਤਰ੍ਹਾਂ ਕਿ ਮੈਨੂੰ ਜੋ ਆਪਣੀ ਮਦਰ ਕੋਲੋਂ, ਮਾਤਾ ਜੀ ਕੋਲੋਂ ਗੱਲ ਪਤਾ ਲੱਗੀ ਪੂਰੀ, ਅਸਲ ਵਿੱਚ ਸਾਡੇ ਪਰਿਵਾਰ ਦਾ ਬਾਈ ਚਾਂਸ ਹੀ ਨੁਕਸਾਨ ਹੋਣਾ ਬਚ ਗਿਆ ਸੀ। ਦੱਸਿਆ ਗਿਆ ਸੀ ਮੈਨੂੰ ਮਦਰ ਵੱਲੋਂ ਕਿ ਅਸੀਂ ਇੱਕ ਬੱਗੀ 'ਚ ਆ ਰਹੇ ਸੀਗੇ ਕਸੂਰ ਦੇ ਕੋਲ, ਫਿਰੋਜ਼ਪੁਰ ਨਾਲ ਕਸੂਰ ਆ, ਕਸੂਰ ਸਟੇਸ਼ਨ 'ਤੇ ਪਕੜਨਾ ਸੀ, ਟ੍ਰੇਨ ਪਕੜਨੀ ਸੀ। ਅਤੇ ਉਹ ਟ੍ਰੇਨ ਦੇ ਲਾਗੇ, ਸਟੇਸ਼ਨ ਦੇ ਲਾਗੇ ਜਾ ਕੇ ਕੁਛ ਉਪਦਰਵੀ ਸੀ ਜਾਂ ਲੜਾਕੇ ਲੋਕ ਸੀਗੇ, ਮੁਸਲਮਾਨ ਲੋਕ, ਉਹਨਾਂ ਨੇ ਸਾਡੇ ਤਾਂਗੇ ਨੂੰ ਜਾਂ ਉਹ ਬੱਗੀ ਨੂੰ ਘੇਰ ਲਿਆ ਅਤੇ ਗੋਲੀ ਮਾਰਤੀ ਘੋੜੀ ਨੂੰ। ਅਤੇ ਉਹ ਘੋੜੀ ਗਿਰ ਗਈ ਔਰ ਉਹਨਾਂ ਨੇ ਘੇਰਾ ਪਾ ਲਿਆ। ਮੈਂ ਵੀ ਮਤਲਬ ਛੋਟਾ ਜਿਹਾ ਸੀ, ਤੈਨੂੰ ਪਤਾ ਹੀ 2 ਮਹੀਨਿਆਂ ਦਾ ਸੀ। ਅਤੇ ਉਹ ਪਿਤਾ ਜੀ ਨੂੰ ਉਹਨਾਂ ਨੇ ਬੰਦੂਕ ਉਹਨਾਂ ਦੇ ਰੱਖ ਕੇ ਇੱਥੇ, ਨਾਲੇ ਉਹਨਾਂ ਦੀ ਕਿਰਪਾਨ ਖੋਲੀ, ਨਾਲੇ ਬੰਦੂਕ ਉਹਨਾਂ ਦੇ ਇੱਥੇ ਰੱਖ ਕੇ ਅਤੇ ਉਹਨਾਂ ਨੂੰ ਮਾਰਨ ਲੱਗੇ। ਅਤੇ ਦਾਦੀ ਸਾਡੇ ਅੱਗੇ ਆਏ ਅਤੇ ਕੋਚਵਾਨ ਬਾਈ ਚਾਂਸ ਉੱਥੇ ਮੁਸਲਮਾਨ ਸੀ ਸਾਡਾ, ਔਰ ਉਹਨੇ ਬੜੀ ਪੈਰਵਾਈ ਕੀਤੀ ਔਰ ਬੜਾ ਹਾਲਦਵਾਈ ਪਾਈ ਅਤੇ ਉਹਨਾਂ ਨੂੰ ਮਨ੍ਹਾ ਕੀਤਾ ਵੀ ਇਹ ਤੁਸੀਂ ਮਾੜਾ ਕੰਮ ਕਰ ਰਹੇ ਹੋ, ਇਹ ਤਾਂ ਸਾਡੇ ਵਾਸਤੇ ਪਰਿਵਾਰ ਬਹੁਤ ਚੰਗਾ ਹੈ। ਔਰ ਉਹਨਾਂ ਨੇ ਇਸ ਗੱਲ ਦੇ ਉੱਤੇ, ਵੈਸੇ ਘਟਨਾਵਾਂ ਘੱਟ ਹੀ ਹੁੰਦੀਆਂ ਇਹੋ ਜਿਹੀਆਂ, ਉਹਨਾਂ ਨੇ ਸਾਨੂੰ ਬਖਸ਼ਤਾ ਜਾਂ ਛੱਡਤਾ ਔਰ ਸਾਡਾ ਜਾਨੀ ਨੁਕਸਾਨ ਉਸ ਪਰਿਵਾਰ 'ਚ ਨਹੀਂ, ਮਤਲਬ ਉਸ ਟਾਈਮ 'ਤੇ ਨਹੀਂ ਹੋਇਆ। ਔਰ ਅਸੀਂ ਉੱਥੋਂ ਫਿਰੋਜ਼ਪੁਰ ਆ ਗਏ ਅਤੇ ਫਿਰੋਜ਼ਪੁਰ ਮੇਰੇ ਚਾਚਾ ਜੀ ਉਦੋਂ ਆਰਮੀ ਸੀਗੇ ਬਾਰਡਰ 'ਤੇ, ਉਹਨਾਂ ਕੋਲ ਅਸੀਂ ਆ ਗਏ ਅਤੇ ਉਹਨਾਂ ਨੇ ਸ਼ਿਵਰ ਕੈਂਪ 'ਚ ਭੇਜਤਾ ਸਾਨੂੰ ਜਾਂ ਸਾਡੀ ਮਦਦ ਕੀਤੀ।
ਤੇ ਇਸ ਤਰ੍ਹਾਂ ਕਰਕੇ ਟ੍ਰੈਜਡੀ ਤੋਂ ਤਾਂ ਬਚ ਗਏ। ਇਸ ਕਰਕੇ ਉਹ ਫਿਰ ਛੋਟੇ ਹੁੰਦਿਆਂ ਹੀ ਕੰਮ ਕਰਨ ਦੀ ਆਦਤ, ਖੇਤਾਂ 'ਚ ਡੰਗਰ ਚਾਰਨ ਦੀ ਆਦਤ, ਜਾਂ ਬਾਅਦ 'ਚ ਜਦੋਂ ਜ਼ਮੀਨ ਅਲਾਟ ਹੋਈ 12-13 ਸਾਲ ਦਾ ਮੈਂ ਹੋਇਆ, ਉਸ ਤੋਂ ਆ ਕੇ ਮੈਂ ਛੋਟੀ ਜਿਹੀ ਉਮਰੇ ਹਲ ਸਿੱਖ ਲਿਆ ਸੀ। ਜ਼ਮੀਨ ਕਿੰਨਾ ਟਾਈਮ ਬਾਅਦ ਅਲਾਟ ਹੋਈ 47 ਤੋਂ ਬਾਅਦ? ਫਿਰ 4-5 ਸਾਲ ਬਾਅਦ ਸਾਨੂੰ ਮਿਲੀ ਸੀ ਜ਼ਮੀਨ। ਅੱਛਾ ਜੀ। ਤੇ ਪੂਰੀ ਮਿਲ ਗਈ ਸੀ ਉੱਧਰਲੀ ਵੱਟੇ ਇੱਧਰ ਜ਼ਮੀਨ? ਅੱਛਾ। ਜ਼ਮੀਨ ਉੱਥੋਂ ਨਾਲੋਂ ਬਹੁਤ ਘੱਟ ਆਈ ਸੀ, 10 ਕਿੱਲੇ ਆਈ ਸੀ। ਸਾਡੇ ਉੱਥੇ ਤਾਂ ਜ਼ਮੀਨ ਬਹੁਤ ਜ਼ਿਆਦਾ ਸੀ। ਅੱਛਾ ਜੀ। ਔਰ ਉਹ ਵੀ ਬੰਜਰ ਸੀ ਜ਼ਮੀਨ, ਉਹਨੂੰ ਆਬਾਦ ਕਰਨਾ ਸੀ। ਹਰਿਆਣੇ ਸਰਸੇ ਦੇ ਵਿੱਚ ਸਾਨੂੰ ਅਲਾਟ ਹੋਈ ਸੀ। ਤੇ ਕਿਉਂਕਿ ਮੈਂ ਤੇ ਮੇਰਾ ਭਰਾ ਸੀ, ਦੋਨੋਂ ਅਸੀਂ ਕਰਦੇ ਸੀ, ਤੇ ਮੈਨੂੰ ਕਾਫੀ ਕੰਮ ਕਰਨਾ ਪੈਂਦਾ। ਛੋਟੇ ਹੁੰਦਿਆਂ ਮੈਂ ਕਾਫੀ ਕੰਮਾਂ ਤਾਂ ਬਹੁਤ ਸਾਰੀ ਉਮਰ ਹੀ ਰਿਹਾ। ਮੈਂ ਕੰਮ ਕਰਨ 'ਚ ਮੇਰੀ ਦਿਲਚਸਪੀ ਬਹੁਤ ਜ਼ਿਆਦਾ ਰਹੀ ਹੈ, ਤੇ ਮੈਂ ਕੰਮ ਨੂੰ ਬਹੁਤ ਜ਼ਿਆਦਾ ਕਰਦਾ ਸੀ। ਆਪਣੀ ਉਮਰ ਨਾਲੋਂ ਵੱਧ ਕੰਮ ਕਰ ਜਾਂਦਾ ਸੀ, ਪਰ ਮੈਂ ਜਲਦੀ ਛੇਤੀ ਹੀ ਅੱਕ ਗਿਆ। 2-3 ਸਾਲ ਤੋਂ ਬਾਅਦ ਤੇ ਮੈਂ ਇੱਥੇ ਸ਼ਹਿਰ ਕੰਮ ਕਰਨ ਦਿੱਲੀ ਚਲਾ ਗਿਆ। ਉਦੋਂ ਮੇਰੀ ਉਮਰ 14 ਕੁ ਸਾਲ ਦੀ ਸੀ। ਪੜ੍ਹਾਈ ਦਾ ਕੋਈ ਧਿਆਨ ਨਹੀਂ ਸੀ? ਮੈਂ 8ਵੀਂ 'ਚ ਛੱਡ ਗਿਆ ਸੀ। ਅੱਛਾ ਜੀ। ਤੇ ਇਸ ਕਰਕੇ ਉਹ ਪੜ੍ਹਾਈ ਮੇਰੀ ਵਿੱਚੇ ਰਹਿ ਗਈ। 3-4 ਸਾਲ ਮੈਂ ਇੱਦਾਂ ਹੀ ਧੱਕੇ ਧੁੱਕੇ ਖਾਂਦਾ ਰਿਹਾ ਸ਼ਹਿਰ 'ਚ, ਕਦੇ ਪਿੰਡ ਆ ਜਾਣਾ, ਕਦੇ ਸ਼ਹਿਰ ਚਲੇ ਜਾਣਾ। ਔਰ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਪੜ੍ਹਾਈ ਤੋਂ ਬਗੈਰ ਜ਼ਿੰਦਗੀ ਕੁਛ ਨਹੀਂ ਹੈ। ਪਰ ਦਿੱਲੀ ਦੱਸੋ, ਦਿੱਲੀ ਫਿਰ ਕੰਮ ਕਰ ਕੀ ਕਰਿਆ? ਦਿੱਲੀ ਦੀ ਗੱਲ ਇਹ ਹੈ ਕਿ ਮੈਂ 9 ਕੁ ਮਹੀਨੇ ਕੰਮ ਕੀਤਾ ਐਜ਼ ਏ ਮਿਲਿੰਗ ਮੈਨ ਦਾ। ਪਰ ਪਟਿਆਲੇ ਆ ਕੇ ਕੁਛ ਮਹੀਨਿਆਂ ਬਾਅਦ ਹੀ ਮੈਂ ਆਪਣੀ ਪੜ੍ਹਾਈ ਸ਼ੁਰੂ ਕਰਤੀ। ਮਿਸਿਸ ਦੀ ਪੜ੍ਹਾਈ ਵੀ ਉਹਨਾਂ ਮੈਟ੍ਰਿਕ ਨਹੀਂ ਸੀ ਕੀਤੀ, ਉਹਨਾਂ ਨੂੰ ਕਰਾਉਣੀ ਸ਼ੁਰੂ ਕਰਾਤੀ। 5-4 ਸਾਲ ਅਸੀਂ ਇਸੇ ਕੰਮ 'ਚ ਮੈਂ ਦਿਹਾੜੀਦਾਰੀ ਵੀ ਕਰਦਾ ਰਿਹਾ, ਤੇ ਮੈਡਮ ਨੂੰ, ਮਿਸਿਸ ਨੂੰ ਵੀ ਪੜ੍ਹਾਉਂਦਾ ਰਿਹਾ। ਤੇ ਉਹਨਾਂ ਨੇ BA ਫਾਈਨਲ 'ਚ ਆ ਕੇ ਛੱਡਤਾ, ਤੇ ਮੈਂ ਗ੍ਰੈਜੂਏਸ਼ਨ ਕੰਪਲੀਟ ਕਰ ਗਿਆ। ਅੱਛਾ। ਤੇ ਪਰ ਪ੍ਰਾਈਵੇਟ ਕੀਤੀ ਪੜ੍ਹਾਈ ਫਿਰ? BA ਪੰਜਾਬੀ ਯੂਨੀਵਰਸਿਟੀ ਤੋਂ ਮੈਂ ਕੀਤੀ ਸਾਰੀ। ਤੇ ਉਹਦੇ ਨਾਲ ਦੇ ਨਾਲ ਮੈਂ ਬਹੁਤ ਸਾਰੇ ਮਤਲਬ ਕੰਮਾਂ 'ਚ ਪਾਪੜ ਵੇਲੇ, ਲੇਕਿਨ ਮੈਨੂੰ ਐਂ ਲੱਗਿਆ ਕਿ ਜਿਹੜਾ ਕੰਮ ਮੈਂ ਸਿੱਖਿਆ ਬਿਲਡਿੰਗ ਦਾ, ਉਹੀ ਮੈਨੂੰ ਕੰਮ ਦੇਗਾ। ਫਿਰ ਮੈਂ ਥੋੜ੍ਹੇ ਸਾਲਾਂ ਬਾਅਦ ਆ ਕੇ ਠੇਕੇਦਾਰੀ ਕਰਨ ਲੱਗ ਪਿਆ। 75 'ਚ ਮੈਂ ਇੱਥੇ ਆ ਕੇ ਐਸਟੈਬਲਿਸ਼ ਹੋਇਆ ਥੋੜ੍ਹਾ ਜਿਹਾ ਠੇਕੇਦਾਰੀ ਦੇ ਵਿੱਚ, ਬਿਲਡਿੰਗ 'ਚ ਲੇਬਰ ਕੰਟਰੈਕਟਰ ਯੂਨੀਅਨ। ਖਾਸ ਗੱਲ ਇਹ ਸੀ ਕਿ ਮੈਂ ਸਰਕਾਰੀ ਠੇਕੇਦਾਰੀ ਕਰਨਾ ਚਾਹੁੰਦਾ ਸੀ, ਪਰ ਉਹਦੇ 'ਚ ਬੇਈਮਾਨੀ ਅਤੇ ਕਰਪਸ਼ਨ ਜਿਹੜੀ ਅੱਜ ਵੀ ਉਸ ਤੋਂ ਵੱਧ ਹੈ। ਉਸ ਜ਼ਮਾਨੇ 'ਚ ਮੈਂ ਇਸ ਗੱਲ ਤੋਂ ਭੱਜਿਆ ਕਿ ਮੈਂ ਕਿਸੇ ਨੂੰ ਪੈਸਾ ਨਹੀਂ ਦੇਣਾ, ਅਤੇ ਮੈਨੂੰ ਰਿਸ਼ਵਤਬਾਜ਼ੀ ਪਸੰਦ ਨਹੀਂ ਹੈ। ਇਸ ਕਰਕੇ ਮੈਂ ਪ੍ਰਾਈਵੇਟ ਠੇਕੇਦਾਰੀ ਸ਼ੁਰੂ ਕੀਤੀ। ਜਿਹੜੀ ਤਰਕਸ਼ੀਲਤਾ ਜਾਂ ਕਾਮਰੇਡੀ ਟਾਈਪ ਵਿਚਾਰ, ਉਹ ਤੁਹਾਡੇ ਕਿਵੇਂ ਪ੍ਰਪੱਕ ਹੋਏ? ਕਿਉਂਕਿ ਬਚਪਨ 'ਚ ਤੁਸੀਂ ਮਿਹਨਤ ਮਜ਼ਦੂਰੀ ਕੀਤੀ, ਧਿਆਨ ਪੈਸੇ ਵੱਲ ਰਿਹਾ। ਜਦੋਂ ਫਿਰ ਪੈਸਾ ਕਮਾਉਣ ਵੱਲ ਹੋਵੇ, ਜਾਂ ਲਾਈਫ ਨੂੰ ਸੈੱਟ ਕਰਨ ਵੱਲ, ਜਾਂ ਫਿਰ ਰੋਟੀ ਦੇ ਲੱਲੇ ਪਏ ਹੋਣ, ਉਦੋਂ ਫਿਰ ਦੂਜੀਆਂ ਗੱਲਾਂ ਸੋਚਦਾ ਨਹੀਂ ਬੰਦਾ। ਤੁਹਾਡੇ ਮਨ 'ਚ ਕਿਵੇਂ ਖਿਆਲ ਆਏਂਗੇ? ਇਸ ਤਰ੍ਹਾਂ ਹੈ ਕਿ ਮੈਂ ਬਾਈ ਚਾਂਸ ਦੇਹਰਾਦੂਨ ਜਦੋਂ ਪੜ੍ਹ ਰਿਹਾ ਸੀ, ਉਹਨਾਂ ਦਿਨਾਂ 'ਚ ਮੇਰਾ ਇੱਕ ਦੋਸਤ ਸੀ, ਉਹ ਸਰਿਤਾ ਮੈਗਜ਼ੀਨ ਪੜ੍ਹਿਆ ਕਰਦਾ ਸੀ। ਅੱਛਾ ਜੀ। ਹਿੰਦੀ ਦੀ ਸਰਿਤਾ ਮੈਗਜ਼ੀਨ ਬੜੀ ਮਸ਼ਹੂਰ, ਲੋਕ ਜਾਣਦੇ ਨੇ। ਉਹ ਗਰੁੱਪ ਸਾਰਾ ਦਿੱਲੀ ਪ੍ਰੈਸ ਵਾਲਿਆਂ ਦਾ। ਉਹ ਜਦੋਂ ਮੈਂ ਪੜ੍ਹਿਆ ਤਾਂ ਮੇਰੀਆਂ ਅੱਖਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਘਰ 'ਚ ਵੀ ਹਾਲਾਤ ਜੋ ਦੇਖੇ ਵੀ ਅਸੀਂ ਸਾਰੇ ਘਰਾਂ 'ਚ ਆਮ ਤੌਰ 'ਤੇ ਧਾਰਮਿਕਤਾ ਬਹੁਤ ਹਾਵੀ ਹੁੰਦੀ ਸੀ, ਔਰ ਸਭ ਰੱਬ ਦਾ ਹੀ ਜੋ ਕੁਝ ਹੁੰਦਾ ਦੁਨੀਆਦਾਰੀ, ਉਹ ਰੱਬ ਦਾ ਹੀ ਕੀਤਾ ਮੰਨਦੇ ਨੇ, ਭਾਣਾ ਮੰਨਦੇ ਸੀਗੇ। ਅਤੇ ਮੈਂ ਵਿਚਾਰ ਕਰਨਾ ਸ਼ੁਰੂ ਕਰਤਾ ਵੀ ਇਹ ਤਾਂ ਠੀਕ ਨਹੀਂ ਹੈਗਾ, ਵੀ ਇਹ ਜੋ ਕੁਛ ਘਰ 'ਚ ਵਾਪਰ ਰਿਹਾ, ਆਪਣੀ ਜ਼ਿੰਦਗੀ ਆਪ ਬਣਾਈ ਜਾ ਸਕਦੀ ਹੈ। ਵੀ ਇਹ ਰੱਬ ਦੇ ਸੁੱਟ ਕੇ ਡੋਰੀ ਜਿਹੜੀ ਹੈ, ਇਹ ਬੰਦਾ ਕਾਮਯਾਬ ਨਹੀਂ ਹੋ ਸਕਦਾ। ਜਿਨ੍ਹਾਂ ਨੇ ਸੁੱਟੀ ਹੈ ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਤੁਹਾਡੇ ਜਿਹੜੇ ਪਿਤਾ ਜੀ ਵਾਲੇ ਵਿਚਾਰ ਸੀ, ਉਹ ਤੁਹਾਡੇ ਮਨ ਨੇ ਉਲੱਦ ਤੇ ਸਾਈਡ 'ਤੇ ਕਰਤੇ ਕਿ ਉਹਨਾਂ ਦੀ ਗੱਲ ਠੀਕ ਨਹੀਂ, ਕਿ ਜੋ ਕਰਦਾ ਰੱਬ ਕਰਦਾ, ਬੰਦੇ ਨੂੰ ਖੁਦ ਕਰਨਾ ਪਊਗਾ। ਇਹ ਤੁਹਾਡੇ ਮਨ 'ਚ ਧਾਰਨਾ ਪੱਕੀ ਬਣ ਗਈ? ਹਾਂ, ਇਹ ਵੀ ਬਣ ਗਈ। ਇੱਕ ਗੱਲ ਘਟਨਾ ਹੋਰ ਜਿਹੜੀ ਵਿੱਚ ਰਹਿ ਗਈ ਗੱਲ ਦੇ, ਕਿ ਮੇਰੇ ਵੱਡਾ ਭਰਾ ਸੀ ਜਿਹੜਾ, ਉਹ ਵੀ ਘਰੋਂ ਕੁਝ ਗਾਇਬ ਹੋ ਗਿਆ ਸੀ। ਕੰਮ ਕਾਰ ਜ਼ਿਆਦਾ ਕਰਨਾ ਪੈਂਦਾ ਸੀ, ਉਹ ਦੌੜ ਗਿਆ ਸੀ, ਔਰ 22-23 ਸਾਲ ਉਹ ਲਾਪਤਾ ਰਿਹਾ। ਪਤਾ ਲੱਗਿਆ ਬਾਅਦ 'ਚੋਂ ਕਾਸ਼ੀ ਤੋਂ ਆਚਾਰਿਆ ਦੀ ਡਿਗਰੀ ਕਰਕੇ, ਤੇ ਉਹ ਵੀ ਸਾਧੂ ਹੋ ਗਿਆ ਸੀ। ਉਹਦਾ ਬੁਰਾ ਅਸਰ ਮੈਨੂੰ ਬਾਅਦ ਜਦੋਂ ਪਤਾ ਲੱਗਾ, ਤੇ ਮੈਨੂੰ ਉਹਦਾ ਵੀ ਅਸਰ ਮੇਰੇ 'ਤੇ ਖੈਰ ਪਿਆ ਬਹੁਤ ਜ਼ਿਆਦਾ। ਪਰ ਉਦੋਂ ਪਹਿਲਾਂ ਪਤਾ ਨਹੀਂ ਸੀ ਵੀ ਉਹ ਕਿੱਥੇ ਹੈਗਾ, ਕਿੱਥੇ ਨਹੀਂ। ਲੇਕਿਨ ਮੈਂ ਜ਼ਿੰਦਗੀ ਨੂੰ ਸਵਾਰਨ ਵਾਸਤੇ ਆਪਣੀ ਜਦੋਜਹਿਦ ਜਾਰੀ ਰੱਖੀ, ਤੇ ਠੇਕੇਦਾਰ ਯੂਨੀਅਨ ਦਾ ਜਨਰਲ ਸਕੱਤਰ ਬਣਿਆ। ਉੱਥੇ ਠੇਕੇਦਾਰ ਯੂਨੀਅਨ ਖੜੀ ਕੀਤੀ, ਪਟਿਆਲੇ ਦੀ ਲੇਬਰ ਕੰਟਰੈਕਟਰ ਯੂਨੀਅਨ। ਮੈਂ ਹੀ ਜਨਰਲ ਸਕੱਤਰ ਸੀ 5-7 ਸਾਲ ਉੱਥੇ, ਤੇ ਹੁਣ ਵੀ 40 ਸਾਲ ਹੋ ਗਏ ਨੇ, ਇਸ ਗੱਲ ਤੋਂ ਉੱਪਰ ਹੋ ਗਏ ਨੇ। ਤੇ ਮੈਂ ਉੱਥੇ, ਮੇਰਾ ਮਾਣ ਸਤਿਕਾਰ ਵੀ ਹੈ, ਤੇ ਮੈਂ ਉਹਨਾਂ ਨੂੰ ਗਾਈਡਲਾਈਨ ਵੀ ਦਿੰਦਾ ਰਹਿੰਦਾ ਠੇਕੇਦਾਰ ਯੂਨੀਅਨ ਨੂੰ। ਤੇ ਇੱਦਾਂ ਕਰਦੇ ਕਰਦੇ ਮੈਂ ਸਰਿਤਾ ਨਾਲ ਜੁੜਿਆ ਰਿਹਾ, ਮੈਗਜ਼ੀਨ ਉਸ ਗਰੁੱਪ ਨਾਲ ਜੁੜਿਆ ਰਿਹਾ, ਤੇ ਉਹਦੇ ਨਾਲ ਮੇਰੇ ਵਿਚਾਰ ਬਦਲਣੇ ਸ਼ੁਰੂ ਹੋ ਗਏ। ਵਿਚਾਰ ਬਦਲਣੇ, ਮੈਨੂੰ ਐਂ ਲੱਗਿਆ ਵੀ ਧਾਰਮਿਕ ਜਿਹੜੇ ਥਾਵਾਂ ਨੇ, ਜਿੰਨੇ ਵੀ ਧਾਰਮਿਕ ਸੰਸਥਾਨ ਨੇ, ਉਹਦੀ ਸਾਨੂੰ ਲੋੜ ਜ਼ਿੰਦਗੀ 'ਚ ਨਹੀਂ ਹੈਗੀ, ਔਰ ਅਸੀਂ ਆਪਣਾ ਮਿਹਨਤ ਕਰਕੇ ਤੇ ਨਵਾਂ ਰਸਤਾ ਬਣਾ ਸਕਦੇ ਹਾਂ। ਤੇ ਮੈਂ ਫਿਰ ਤਰਕਸ਼ੀਲਤਾ 84 'ਚ ਤਰਕਸ਼ੀਲਤਾ ਸ਼ੁਰੂ ਹੁੰਦੀ ਹੈ। ਅਤੇ ਜਿਹੜੀ ਸਰਿਤਾ ਮੈਗਜ਼ੀਨ ਦੇ ਵਿੱਚ ਵੀ ਉਵੇਂ ਤਰਕਸ਼ੀਲ ਮੈਗਜ਼ੀਨ ਮੰਗੂ, ਜਾਂ ਫਿਰ ਉਵੇਂ ਦੇ ਖਿਆਲ ਸੀਗੇ, ਵਿਚਾਰ ਸੀ ਨਾਸਤਿਕਤਾ ਵਾਲੇ? ਬ੍ਰਾਹਮਣਵਾਦ ਦੇ ਅਤੇ ਵੇਦਾਂ ਦੇ ਗ੍ਰੰਥਾਂ ਬਾਰੇ ਕਾਫੀ ਕੁਛ ਲਿਖਿਆ ਹੁੰਦਾ ਸੀ, ਅਤੇ ਉੱਤੇ ਟਿੱਪਣੀਆਂ ਬਹੁਤ ਹੁੰਦੀਆਂ ਸੀ। ਤੇ ਉਹਦੇ 'ਚ ਭੰਡਿਆ ਜਾਂਦਾ ਸੀ ਬ੍ਰਾਹਮਣਵਾਦ ਨੂੰ,
ਓਕੇ ਤੇ ਹਿੰਦੁਸਤਾਨ ਦੀ ਜਿਹੜੀ ਫਿਲਾਸਫੀ ਦੇ ਉੱਤੇ ਕਾਫੀ ਚਰਚਾ ਹੁੰਦੀ ਹੈ, ਹੁਣ ਵੀ ਹੁੰਦੀ ਰਹਿੰਦੀ ਹੈ ਉੱਥੇ। ਉਹ ਮੇਰੇ ਵਿਚਾਰ ਪੱਕੇ ਚਲੇ ਗਏ। ਉਸ ਤੋਂ ਬਾਅਦ ਮੈਂ ਮਿਸਿਜ਼ ਨੂੰ ਵੀ ਆਪਣੀ ਗੱਲ ਦੱਸਦਾ ਰਿਹਾ, ਉਹ ਵੀ ਸਰਿਤਾ ਮੈਗਜ਼ੀਨ ਹੁਣ ਵੀ ਕਦੇ ਕਦੇ ਪੜ੍ਹਦੇ ਫਿਰ? ਤਾਂ ਪੜ੍ਹਦੇ ਆ, ਪਰ ਹੁਣ ਅਸੀਂ ਉਸ ਤੋਂ ਅੱਗੇ ਜਾ ਚੁੱਕੇ, ਕਿਉਂਕਿ ਉਸ ਤੋਂ ਬਾਅਦ ਅਸੀਂ ਮਾਰਕਸਵਾਦ ਨਾਲ ਜੁੜ ਗਏ। ਮਾਰਕਸਵਾਦ ਜਦੋਂ ਪੜ੍ਹਿਆ, ਭਗਤ ਸਿੰਘ ਪੜ੍ਹਿਆ, ਰਾਹੁਲ ਸ਼ੰਕਰਤਾਇਨ ਪੜ੍ਹਿਆ, ਜਦੋਂ ਇਹ ਵਿਦਵਾਨ ਪੜ੍ਹੇ ਤਾਂ ਸਾਨੂੰ ਐਂ ਲੱਗਿਆ ਮੈਨੂੰ ਵੀ ਜ਼ਿੰਦਗੀ ਦਾ ਰਸਤਾ ਇਹ ਹੈ। ਔਰ ਫਿਰ ਪੈਸਾ ਤਾਂ ਕਮਾਉਣਾ ਸਿੱਖਦੇ ਜਾ ਰਹੇ ਸੀ, ਕੰਮਕਾਰ ਚੰਗਾ ਹੁੰਦਾ ਜਾ ਰਿਹਾ ਸੀ, ਲੇਕਿਨ ਮੈਨੂੰ ਫਿਰ ਪੈਸੇ ਨਾਲ ਮੋਹ ਵੀ ਘਟਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਵੀ ਜ਼ਿਆਦਾ ਬਹੁਤੀ ਵੀ ਲੋੜ ਨਹੀਂ ਹੈ, ਵੀ ਆਪਾਂ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਹ ਸੇਵਾ ਦੇ ਪਰਪਸ ਨਾਲ ਮੈਂ ਤਕਰੀਬਨ 84 'ਚ ਹੀ ਤਰਕਸ਼ੀਲ ਸੁਸਾਇਟੀ ਜੁਆਇਨ ਕੀਤੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤਰਕਸ਼ੀਲ ਸੁਸਾਇਟੀ ਨਾਲ ਜੁੜਿਆ ਹਾਂ। ਤਰਕਸ਼ੀਲ ਹਾਲ ਇੱਥੇ ਪਟਿਆਲੇ 'ਚ ਚਲਾ ਰਿਹਾ ਸੇਵਾ। ਪੰਜਾਬ ਲੈਵਲ 'ਤੇ ਤਰਕਸ਼ੀਲ ਸੁਸਾਇਟੀ ਦਾ ਤੁਹਾਡੇ ਕੋਲ ਕੀ ਅਹੁਦਾ ਰਿਹਾ? ਮੇਰੇ ਕੋਲ ਪੰਜਾਬ ਲੈਵਲ 'ਤੇ ਤਰਕਸ਼ੀਲ ਸੁਸਾਇਟੀ ਦੇ ਸਾਰੇ ਅਹੁਦੇ ਰਹੇ ਆ। ਮੈਂ ਇਕਾਈ ਲੈਵਲ 'ਤੇ ਵੀ ਕੰਮ ਬਹੁਤ ਦੇਰ ਕੀਤਾ ਹੈ, ਕਿਉਂਕਿ ਮੈਂ ਕੁਝ ਸਾਲਾਂ ਬਾਅਦ ਕੰਮਕਾਰ ਛੱਡ ਕੇ ਅਤੇ ਮੀਡੀਆ 'ਚ ਆ ਗਿਆ ਸੀ। ਜਰਨਲਿਜ਼ਮ ਕਰਕੇ ਮੈਂ ਬਾਅਦ 'ਚ ਮੀਡੀਆ 'ਚ ਆ ਗਿਆ ਸੀ, ਅਤੇ ਪ੍ਰਿੰਟ ਮੀਡੀਆ 'ਚ, ਅਤੇ ਉਦੋਂ ਹੀ ਮੈਂ ਮੀਡੀਆ ਦਾ ਹੀ ਇੱਕ ਇਹਦਾ ਅਹੁਦਾ ਸਾਡਾ ਹੈ ਮੀਡੀਆ ਵਿਭਾਗ ਮੁਖੀ ਦਾ। ਉਹ ਪਹਿਲਾਂ ਮੈਂ ਇਕਾਈ ਦਾ ਕਈ ਸਾਲ ਸੰਭਾਲੀ ਰੱਖਿਆ, ਮੁੜ ਕੇ ਜ਼ੋਨ ਦਾ ਸੰਭਾਲੀ ਰੱਖਿਆ, ਫਿਰ ਮੈਂ ਸੂਬਾ ਆਗੂ ਵੀ ਪੰਜਾਬ 'ਚ 2 ਸਾਲ ਵਾਸਤੇ ਜ਼ਿੰਮੇਵਾਰੀ ਉੱਥੇ ਨਿਭਾਈ। ਅਤੇ ਬਰਨਾਲੇ ਸਾਡੇ, ਕਿਉਂਕਿ ਮੈਂ ਬਿਲਡਿੰਗ ਦਾ ਕੰਮ ਕਰਦਾ ਸੀ, ਜਿਹੜਾ ਬਰਨਾਲੇ ਤਰਕਸ਼ੀਲ ਹਾਲ ਬਣਿਆ ਉਹਦੇ ਵਾਸਤੇ ਮਤੇ ਪਾਸ ਕਰਾਏ, ਔਰ ਉਹਦੇ ਨਕਸ਼ੇ ਬਣਾਏ। ਸਾਰੇ ਨਕਸ਼ੇ ਪਟਿਆਲੇ 'ਚ ਬਣ ਕੇ ਹੀ ਗਏ ਸਾਰੇ, ਅਤੇ ਸੁਪਰਵਿਜ਼ਨ ਵੀ ਪਟਿਆਲੇ ਤੋਂ ਮੇਰੇ ਵੱਲੋਂ ਹੀ ਹੋਈ। ਠੇਕੇਦਾਰ ਯੂਨੀਅਨ ਵੀ ਪਟਿਆਲੇ ਦੀ ਇੱਥੋਂ ਜਾਂਦੀ ਰਹੀ ਨਾਲ, ਅਤੇ ਉੱਥੋਂ ਦੀ ਚੰਗੀ ਬਿਲਡਿੰਗ ਬਣੀ ਹੈ। ਹੁਣ ਆਪਾਂ ਗੱਲ ਉੱਥੋਂ ਸ਼ੁਰੂ ਕਰ ਲਈ ਜਿੱਥੋਂ ਤੁਸੀਂ ਇੱਕ ਕਵਿਤਾ ਸੁਣਾਈ ਸੀ। 2 ਸ਼ਬਦ ਸੀਗੇ ਉਹ, ਪਰ ਉਹਦਾ ਜਿਹੜਾ ਗੱਲ ਉਹਦੀ ਬਹੁਤ ਵੱਡੀ ਆ। ਉਹਦੇ ਵਿੱਚ ਜਿਹੜੇ ਨੌਜਵਾਨ ਨੇ ਵਿਦੇਸ਼ ਉਡਾਰੀ ਮਾਰਦੇ ਨੇ, ਕੀ ਲੱਗਦਾ ਕਿ ਉਹ ਕੰਮ ਤੋਂ ਭੱਜ ਕੇ ਜਾ ਰਹੇ ਨੇ, ਜਾਂ ਉਰੇ ਰੁਜ਼ਗਾਰ ਨਹੀਂ, ਜਾਂ ਫਿਰ ਉੱਥੇ ਵਾਲੀ ਜ਼ਿੰਦਗੀ ਜ਼ਿਆਦਾ ਬਿਹਤਰ ਹੈ? ਕਿਉਂਕਿ ਤੁਹਾਡਾ ਬੱਚਾ ਵੀ ਗਿਆ, ਇੱਕ ਤੁਹਾਡੀ ਬੇਟੀ ਦਾ ਜਿਹੜਾ ਬੱਚਾ ਉਹ ਵੀ ਬਾਹਰ ਗਿਆ ਹੋਇਆ, ਕਿਉਂਕਿ ਤੁਸੀਂ ਉੱਧਰਲੀ ਲਾਈਫ ਬਾਰੇ ਵੀ ਤੁਹਾਨੂੰ ਪਤਾ, ਇੱਧਰਲੀ ਬਾਰੇ ਵੀ ਪਤਾ, ਮਿਹਨਤ ਬਾਰੇ ਵੀ ਪਤਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਕਿ ਇੱਥੇ ਬੱਚਿਆਂ ਦਾ ਇੱਕ ਕਲਚਰ ਹੀ ਐਸਾ ਬਣਾ ਤਾ ਕਿ ਅਸੀਂ ਕਿ ਉਹ ਕੰਮ ਹੀ ਨਹੀਂ ਕੰਮ ਅਸੀਂ ਉਹਨਾਂ ਤੋਂ ਕਰਾਉਂਦੇ ਹੀ ਨਹੀਂ। ਉਹ ਨਾ ਜ਼ਿੰਦਗੀ ਨਾਲ ਉਹਨੂੰ ਵਾਸਤਾ ਰੱਖਦੇ ਆ, ਸਭ ਆਪੋ ਆਪਣੇ ਕੰਮਾਂ 'ਚ ਬਿਜ਼ੀ ਨੇ। ਜਿਹੜੇ ਘਰਾਂ 'ਚ ਦੋਨੋਂ ਜੀ ਨੌਕਰੀ ਕਰਦੇ, ਉੱਥੇ ਤਾਂ ਬੱਚਿਆਂ ਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਪ੍ਰੋਪਰ ਮਿਲਦੀ, ਅਤੇ ਬੱਚੇ ਕੰਮ ਨਾਲ ਜੁੜਦੇ ਹੀ ਨਹੀਂ। ਈਵਨ ਕਿ ਘਰ 'ਚੋਂ ਪਾਣੀ ਨੂੰ ਹੱਥ ਲਾ, ਗਲਾਸ ਨੂੰ ਹੱਥ ਲਾ ਕੇ ਪਾਣੀ ਪੀਣਾ ਪਸੰਦ ਨਹੀਂ ਕਰਦੇ। ਉਹ ਬੱਚਿਆਂ ਨੂੰ ਫਿਰ ਅੱਗੇ ਇੱਥੇ ਕੰਮ ਕਰਨਾ ਬਹੁਤ ਔਖਾ ਹੈ, ਕਿਉਂਕਿ ਬੜੀ ਹਾਰਡ ਲਾਈਫ ਹੈ ਇੱਥੇ। ਇੱਥੋਂ ਹਾਰਡ ਲਾਈਫ 'ਚੋਂ ਗੁਜ਼ਰ ਕੇ ਕੁਝ ਬਣਦਾ ਬੰਦਾ। ਹਾਰਡ ਲਾਈਫ ਉੱਥੇ ਵੀ ਬਹੁਤ ਜ਼ਿਆਦਾ ਹੈ, ਪਰ ਇੱਥੇ ਨਿਯਮ ਵੀ ਇਹੋ ਜਿਹੇ ਨੇ ਵੀ ਬੰਦਾ ਕਈ ਵਾਰੀ ਨਿਰਾਸ਼ ਹੋ ਜਾਂਦਾ, ਕਿਉਂਕਿ ਇੱਥੇ ਤਬਦੀਲੀ, ਰਾਜਨੀਤਿਕ ਤਬਦੀਲੀ ਦੀ ਬਹੁਤ ਵੱਡੀ ਲੋੜ ਹੈ। ਅਤੇ ਉਸ ਤੋਂ ਘਬਰਾਏ ਹੋਏ ਬੱਚੇ ਛੇਤੀ, ਕਿਉਂਕਿ ਸੁਣੀ ਸੁਣਾਈ ਗੱਲਾਂ ਮਗਰ ਲੱਗ ਕੇ ਅਤੇ ਬਾਹਰ ਚਲੇ ਜਾਂਦੇ ਨੇ। ਹਾਲਾਂਕਿ ਉਹਨਾਂ ਦੀ ਇੱਥੇ ਬੜਾ ਵਧੀਆ, ਕਈਆਂ ਘਰਾਂ ਦਾ ਸਕੋਪ ਵੀ ਵਧੀਆ ਹੈ ਔਰ ਸਭ ਕੁਝ ਕਰ ਸਕਦੇ ਨੇ ਉਹ, ਲੇਕਿਨ ਇੱਕ ਤਾਂ ਇੱਥੇ ਕਰਪਸ਼ਨ ਔਰ ਬੇਈਮਾਨੀ ਔਰ ਨਿਯਮ ਨਾ ਹੋਣੇ ਚੰਗੇ, ਇਹ ਉਹਨਾਂ ਦੀ ਨਿਰਾਸ਼ਤਾ ਦਾ ਵੱਡਾ ਕਾਰਨ ਹੈ। ਲੇਕਿਨ ਫਿਰ ਵੀ ਇਹਦੇ ਨਾਲ ਲੜਿਆ ਜਾ ਸਕਦਾ, ਕਿਉਂਕਿ ਲੜ ਕੇ ਹੀ ਅਸੀਂ ਅੱਗੇ ਚੱਲਣਾ ਹੈ। ਜੇ ਅਸੀਂ ਲੜਾਂਗੇ ਨਹੀਂ, ਕੌਣ ਲੜੇਗਾ? ਅਤੇ ਪੇਰੈਂਟਸ ਬਾਰੇ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਿ ਬੱਚਿਆਂ ਨੂੰ ਪੇਰੈਂਟਸ ਕੰਮ 'ਚ ਨਹੀਂ ਪਾਉਂਦੇ, ਜਾਂ ਬੱਚੇ ਖੁਦ ਨਹੀਂ ਕੰਮ ਕਰਦੇ। ਇੱਕ ਜਿਹੜਾ ਵਰਕ ਕਲਚਰ ਹੁੰਦਾ ਘਰ 'ਚੋਂ ਪੈਦਾ ਹੁੰਦਾ, ਜਿਵੇਂ ਮੇਰਾ ਵੀ ਪੇਂਡੂ ਪਿਛੋਕੜਾ ਹੈ। ਅਸੀਂ ਖੁਦ ਖੇਤ ਰੋਟੀ ਦੇ ਕੇ ਜਾਣੀ, ਹਲ ਵਾਹੁੰਦੇ ਨੂੰ ਦੇਖਣਾ, ਗੁੱਡੀ ਕਰਨੀ, ਪਾਣੀ ਲਾਉਂਦੇ, ਫਿਰ ਆਪ ਵੀ ਕੰਮ ਕਰਨ ਲੱਗ ਜਾਣਾ, ਕਣਕ ਵੀ ਵੱਢਣ ਲੱਗ ਜਾਣੀ। ਆਪਣੇ ਜਿਹੜੇ ਹੁਣ ਸ਼ਹਿਰੀ ਕਲਚਰ 'ਚ ਪਿੰਡਾਂ ਵਾਲੇ ਆ ਗਏ ਨੇ, ਉਹ ਬਿਲਕੁਲ ਕੰਮ ਕਰਨਾ ਛੱਡ ਗਏ ਨੇ। ਉਹਦੇ ਬਾਰੇ ਕੀ ਕਹਿਣਾ? ਉਹ ਤਾਂ ਕਈ ਤਾਂ ਰਿਸ਼ਤੇਦਾਰੀਆਂ ਵੀ ਭੁੱਲ ਗਏ ਨੇ। ਜੇ ਕੋਈ ਘਰੋਂ ਫੋਨ ਆਵੇ ਤਾਂ ਪਿਓ ਨੂੰ ਪਤਾ ਕੀ ਕਹਿੰਦੇ ਆ, ਵੀ ਤੁਹਾਡੇ ਡੈਡੀ ਦਾ ਫੋਨ ਆਇਆ ਸੀ, ਇਹ ਨਹੀਂ ਕਹਿੰਦਾ ਮੇਰੇ ਦਾਦੇ ਦਾ ਫੋਨ ਆਇਆ ਸੀ। ਉਹ ਆਪਾਂ ਕਲਚਰ ਨੂੰ ਵੀ ਟੁੱਟ ਰਹੇ ਹਾਂ, ਮਿਹਨਤ ਨਾਲ ਵੀ ਟੁੱਟ ਰਿਹਾ। ਮੈਨੂੰ ਲੱਗਦਾ ਇੱਕ ਵੱਡਾ ਗੈਪ ਬਣ ਗਿਆ। ਇਸ ਤਰ੍ਹਾਂ ਹੈ ਕਿ ਅਸਲ ਵਿੱਚ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ, ਔਰ ਸਾਡਾ ਜਿਹੜਾ ਫਿਲਾਸਫੀਕਲ ਜਿਹੜਾ ਸਿਸਟਮ ਹੈ, ਉਹਦੇ 'ਚ ਕਿਰਤ ਕਰਨ ਵਾਲਿਆਂ ਦੀ ਕੋਈ ਵੈਲਿਊ ਨਹੀਂ ਹੈ। ਚਾਹੇ ਉਹ ਸਫਾਈ ਕਰ ਰਿਹਾ, ਚਾਹੇ ਉਹ ਖੇਤੀਬਾੜੀ ਕਰ ਰਿਹਾ, ਚਾਹੇ ਕੋਈ ਵੀ ਕੰਮ ਕਰ ਰਿਹਾ, ਉਹਨੂੰ ਨੀਵਾਂ ਹੀ ਸਮਝਿਆ ਜਾਂਦਾ ਹੈ। ਅਤੇ ਕਿਰਤ ਦੀ ਇੱਜ਼ਤ ਨਾ ਹੋਣ ਕਰਕੇ ਬੱਚੇ ਕਿਰਤ ਨਾਲ ਜੁੜਦੇ ਨਹੀਂ। ਬੇਸਿਕਲ ਉਹਨਾਂ ਦੀ ਪ੍ਰੋਬਲਮ ਇਹ ਆ ਕਿ ਜੇ ਕੰਮ ਕਰਾਂਗੇ ਤਾਂ ਲੋਕ ਪਤਾ ਨਹੀਂ ਕੀ ਕਹਿਣਗੇ। ਪਰ ਵਿਦੇਸ਼ਾਂ 'ਚ ਜਾ ਕੇ ਤਾਂ ਉਹੀ ਕਿਰਤ ਕਰਨੀ ਪੈਂਦੀ ਹੈ ਉਹਨਾਂ ਨੂੰ, ਮਜਬੂਰੀ ਹੈ ਉਹਨਾਂ ਦੀ। ਨਾਲੇ ਉੱਥੇ ਕੋਈ ਦੇਖ ਨਹੀਂ ਰਿਹਾ ਹੁੰਦਾ, ਇੱਥੇ ਉਹ ਸ਼ਰਮ ਮਹਿਸੂਸ ਕਰਦੇ ਨੇ। ਚਾਹੀਦਾ ਸੀ ਕਿ ਸ਼ਰਮ 'ਚੋਂ, ਜਿਵੇਂ ਮੈਂ ਹਰ ਕੰਮ ਕੀਤਾ ਇੱਥੇ, ਕਈ ਤਰ੍ਹਾਂ ਦੇ ਕੰਮ ਹੋਰ ਵੀ ਕੀਤੇ ਨੇ ਜਿਹੜੀ ਮੈਂ ਦੱਸ ਨਹੀਂ ਪਾ ਰਿਹਾ, ਕਿਉਂਕਿ ਇਸ ਛੋਟੇ ਜਿਹੇ ਟਾਈਮ 'ਚ ਵੀ ਕਈ ਕੰਮ ਕੀਤੇ ਨੇ ਜਿਹੜੀ ਮੈਂ ਜਾਤ ਬਰਾਦਰੀ ਦਾ ਧਿਆਨ ਨਾਲ ਕੀਤਾ। ਤੁਸੀਂ ਹੱਥੀਂ ਮਜ਼ਦੂਰੀ ਕੀਤੀ ਹੈ, ਲੇਬਰ ਕੀਤੀ ਹੈ, ਹਰ ਕੰਮ ਕੀਤਾ, ਔਰ ਇੱਥੇ ਪਟਿਆਲੇ 'ਚ ਕੀਤੇ, ਔਰ ਇੱਕੋ ਮਹੱਲੇ 'ਚ ਰਹਿ ਕੇ ਕੀਤੀ ਹੈ। ਕਦੇ ਇਹ ਨਹੀਂ ਸੋਚਿਆ ਵੀ ਮੈਂ ਇੱਥੋਂ ਪਾਸੇ ਹੋਵਾਂ, ਲੋਕ ਮੈਨੂੰ ਮੈਂ ਆਪਣੇ ਆਪ ਨੂੰ ਇੱਕ ਕੰਮ ਕਰਨ ਵਾਲਾ ਜਾਂ ਕਾਮਾ ਨਾ ਸਭ ਮਤਲਬ ਕਾਮਾ ਸਾਬਤ ਕਰਾਂ। ਅਤੇ ਉਹ ਕੰਮ ਆ ਮੇਰੇ ਦਿਮਾਗ 'ਚ, ਉਹਦਾ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਕਿ ਮੈਂ ਕੰਮ ਕੀਤੇ ਨੇ, ਔਰ ਕੰਮ ਕੀਤੇ, ਔਰ ਇੱਥੇ ਹੀ ਰਹਿਣਾ ਚਾਹੀਦਾ। ਕੰਮ ਕੀਤੇ ਨੇ, ਇੱਥੇ ਕਿਉਂ ਜਾਈਏ ਅਸੀਂ? ਲੋਕੀ ਸਗੋਂ ਸਿਰ ਨਵਾਉਂਦੇ ਨੇ ਮੈਂ ਕੰਮ ਕੀਤਾ, ਲੋਕਾਂ ਨੂੰ ਨਾ ਦੱਸੋ।
ਤੇ ਬੱਚਿਆਂ ਨੂੰ ਕੰਮ ਨਾਲ ਨਹੀਂ ਜੋੜਿਆ ਜਾਂਦਾ। ਕੰਮ ਦੀ ਇੱਥੇ ਰਿਸਪੈਕਟ ਹੈ ਵੀ ਨਹੀਂ, ਹਾਲੀ ਵੀ ਨਹੀਂ ਹੈ। ਜਿੰਨਾ ਚਿਰ ਅਸੀਂ ਕੰਮ ਦੀ ਰਿਸਪੈਕਟ ਇੱਥੇ ਨਹੀਂ ਕਰਨਾ, ਕਰਤੇ ਦੀ ਰਿਸਪੈਕਟ ਨਹੀਂ ਕਰਦੇ, ਉਹਨਾਂ ਚਿਰ ਇੱਥੇ ਦੇਸ਼ 'ਚ ਤਬਦੀਲੀ ਨਹੀਂ ਆ ਸਕਦੀ। ਔਰ ਤਾਂ ਹੀ ਢਾਂਚਾ ਜੁੜੇਗਾ ਕਿ ਕੰਮ ਕਰਨ ਵਾਲਿਆਂ ਦੀ ਪਹਿਲੇ, ਚਾਹੇ ਉਹ ਸਫਾਈ ਕਰਨ ਵਾਲਾ, ਚਾਹੇ ਉਹ ਕੰਮ ਕਰਨ ਵਾਲਾ, ਕੋਈ ਕਿਸੇ ਤਰ੍ਹਾਂ ਦਾ ਵੀ ਟੈਕਨੀਕਲ ਕੰਮ ਕਰਦਾ ਜਾਂ ਕੋਈ ਵੀ ਕੰਮ ਕਰਦਾ, ਉਹਦੀ ਪਹਿਲਾਂ ਵੈਲਿਊ ਹੋਣੀ ਚਾਹੀਦੀ। ਵਿਹਲੜ ਬੰਦਿਆਂ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਵੈਲਿਊ ਹੈ ਉਹ ਜ਼ੀਰੋ ਹੋਣੀ ਚਾਹੀਦੀ ਹੈ। ਔਰ ਉਹ ਜਿੰਨਾ ਚਿਰ ਨਹੀਂ ਹੁੰਦੀ ਹੈ ਦੇਸ਼ ਨਹੀਂ ਤਰੱਕੀ ਕਰ ਸਕਦਾ। ਪਰ ਜਿਹੜੇ ਵਿਦੇਸ਼ 'ਚ ਨੌਜਵਾਨ ਜਾਂਦੇ ਨੇ ਸਾਡੇ, ਉੱਥੇ ਕਈਆਂ ਨੂੰ ਉੱਥੇ ਵੀ ਪੂਰੀ ਮਿਹਨਤ ਨਹੀਂ ਕਰਦੇ, ਕਈ ਵਾਰੀ ਜਾ ਕੇ ਉਹ ਵੀ ਉਹਨਾਂ ਦਾ ਮਨ ਉਦਾਸ ਹੋ ਜਾਂਦਾ ਹੈ, ਕਈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕਹਿੰਦੇ ਖੁਦਕੁਸ਼ੀ ਦਾ ਰੇਟ ਉੱਥੇ ਬਾਹਰ ਵੱਧ ਗਿਆ, ਕਿਤੇ ਨਾ ਕਿਤੇ ਉੱਥੇ ਜਾ ਕੇ ਵੀ ਫਿਰ ਉਹਨਾਂ ਨੂੰ ਚੈਨ ਤਾਂ ਮਿਲਿਆ ਨਹੀਂ ਨਾ, ਵਿਦੇਸ਼ ਜਾ ਕੇ ਵੀ। ਫਿਰ ਪੇਰੈਂਟਸ ਕਿਉਂ ਭੇਜ ਰਹੇ ਨੇ? ਦਰਅਸਲ ਇੱਥੇ ਕੁਝ ਕੰਮ ਨਹੀਂ ਕਰ ਰਹੇ, ਸੈੱਟ ਹੁੰਦੇ ਨਹੀਂ, ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਹੁੰਦੀ। ਪੇਰੈਂਟਸ ਵੀ ਉਹਨਾਂ ਨੂੰ ਖਹਿੜਾ ਛਡਾਉਣਾ ਚਾਹੁੰਦੇ ਨੇ ਵੀ ਚਲੋ ਚਲੇ ਗਏ ਤੇ ਚਲੇ ਗਏ, ਸਾਡੇ ਇੱਕ ਵਾਰੀ ਲੈ ਗਏ, ਚਲੋ ਉੱਥੇ ਜਾ ਕੇ ਸੈੱਟ ਹੋ ਜਾਣਗੇ, ਆਪੇ ਆਪਣੀ ਮਜਬੂਰੀ ਨੂੰ ਕੰਮ ਕਰਨਗੇ। ਪਰ ਸਾਰੇ ਉੱਥੋਂ ਦੇ ਮਾਹੌਲ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ। ਜੋ ਢਾਲ ਨਹੀਂ ਪਾਉਂਦੇ ਤਾਂ ਨੈਚੁਰਲੀ ਉਹਨਾਂ ਨੂੰ ਡਿਪਰੈਸ਼ਨ ਆਉਣਾ ਜ਼ਰੂਰੀ ਹੈ। ਔਰ ਦੂਜੀ ਗੱਲ ਹੈ ਕਿ ਤਰਕਵਾਦੀ ਹੋਣਾ, ਕਿਉਂਕਿ ਤਰਕ ਦੀ ਹਰ ਪੱਖ ਪਹਿਲੂ ਦੇ ਉੱਤੇ ਲੋੜ ਹੈ ਕਿ ਅਸੀਂ ਹਰ ਗੱਲ 'ਤੇ ਤਰਕ ਕਰਕੇ ਦੇਖੀਏ। ਪਹਿਲੇ ਤਾਂ ਆਪਣੀ ਜ਼ਿੰਦਗੀ ਦੇ ਉੱਤੇ ਤਰਕ ਕਰੀਏ, ਕੰਮ ਦੇ ਉੱਤੇ ਤਰਕ ਕਰੀਏ। ਇਹ ਤਰਕ ਕਰੀ ਸਾਨੂੰ ਪੈਸਾ ਚਾਹੀਦਾ ਕਿੰਨਾ, ਇਹ ਤਰਕ ਕਰਦਾ ਹੀ ਨਹੀਂ ਕੋਈ ਜਾਣਾ। ਸਾਰਾ ਜਿਹੜਾ ਪੈਸਾ ਕਮਾਉਣ ਲੱਗ ਪਿਆ ਕਮਾਈ ਜਾਂਦਾ, ਜਿਹੜਾ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ। ਅਤੇ ਮਤਲਬ ਬੈਲੈਂਸ ਸਾਰਾ ਵਿਗੜਿਆ ਹੋਇਆ ਜ਼ਿੰਦਗੀ ਦਾ। ਉਹਨੂੰ ਤਰਕਸ਼ੀਲਤਾ ਦੇ ਤਰੀਕੇ ਨਾਲ ਹੀ ਵਧੀਆ ਤਰੀਕਾ ਮਤਲਬ ਜ਼ਿੰਦਗੀ ਬਣਾਈ ਜਾ ਸਕਦੀ ਹੈ ਜੇ ਤੁਸੀਂ ਸਾਰੇ ਬੈਲੈਂਸ ਸਾਰੀਆਂ ਚੀਜ਼ਾਂ ਦਾ ਬਣਾ ਕੇ ਰੱਖਦੇ ਹੋ। ਅਤੇ ਜਾਤ ਬਰਾਦਰੀਆਂ ਜਿਹੜੀਆਂ ਨੇ ਇੱਥੇ ਅਸੀਂ ਮੰਨਦੇ, ਇਹਨਾਂ ਨੂੰ ਛੱਡਣਾ ਚਾਹੀਦਾ ਸਾਰਿਆਂ ਨੂੰ। ਔਰ ਕੰਮ ਕਰਨ ਨੂੰ ਸਭ ਤੋਂ ਪਹਿਲ ਦੇਣੀ ਚਾਹੀਦੀ ਹੈ, ਅਤੇ ਸੱਚ ਨੂੰ ਪਹਿਲ ਦੇਣੀ ਚਾਹੀਦੀ। ਝੂਠ ਨੂੰ ਇੱਥੋਂ ਦਫਾ ਕਰਨਾ ਚਾਹੀਦਾ ਹੈ, ਕਿਉਂਕਿ ਝੂਠ ਸਾਰੇ ਪਾਸੇ ਪ੍ਰਧਾਨ ਹੈ। ਝੂਠ ਪ੍ਰਧਾਨ ਹੋਣ ਕਰਕੇ ਜੀਵਨ ਸਹੀ ਬਣ ਹੀ ਨਹੀਂ ਸਕਦਾ। ਜੇ ਪੈਸੇ ਵਾਲਾ ਵੀ ਉਹ ਵੀ ਅੰਦਰੋਂ ਮਤਲਬ ਖੋਖਲਾ ਹੈ। ਇਸ ਕਰਕੇ ਖੋਖਲਾ ਹੈ ਅਤੇ ਉਹਨੂੰ ਆਪਣੇ ਆਪ 'ਚ ਕੌਨਫੀਡੈਂਸ ਨਹੀਂ, ਹੋਰ ਪੈਸਾ ਇਕੱਠਾ ਕਰਨ 'ਤੇ ਜ਼ੋਰ ਦਿੰਦਾ ਹੈ, ਆਪਣੇ ਰੁਤਬੇ ਬਣਾ ਕੇ ਰੱਖਣ ਦੀ ਜ਼ੋਰ ਦਿੰਦਾ ਹੈ। ਅਸੀਂ ਹੁਣ ਬੜੇ ਆਰਾਮ ਨਾਲ ਤਰਕਸ਼ੀਲਤਾ ਵਿੱਚ ਕੰਮ ਕਰਦੇ ਹੋਏ ਆਰਾਮ ਨਾਲ ਰਹਿ ਰਹੇ ਹਾਂ, ਕੋਈ ਦਿੱਕਤ ਨਹੀਂ ਹੈ ਇੱਥੇ। ਸਰਪੰਚ ਸਾਹਿਬ, ਆਪਾਂ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਨਿਯਮ ਨਹੀਂ, ਸਹੀ ਸਿਸਟਮ ਨਹੀਂ। ਸਿਸਟਮ ਚਲਾਉਣ ਵਾਲੀਆਂ ਦੋ ਸਰਕਾਰਾਂ ਇੱਥੇ ਨੇ, ਇੱਕ ਕੇਂਦਰ ਦੀ ਸਰਕਾਰ, ਇੱਕ ਪੰਜਾਬ ਦੀ ਸਰਕਾਰ। ਪੰਜਾਬ ਦੀਆਂ ਸਰਕਾਰਾਂ ਚਲਾਉਣ ਵਾਲੇ ਜੇ ਆਪਾਂ ਪਿਛਲੇ ਝਾਤ ਮਾਰੀਏ, ਪਿਛਲੇ 15-20 ਸਾਲ ਦੇ ਵਿੱਚ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ, ਮੰਤਰੀ ਬਣੇ ਜਿਹੜੇ, ਉਹਨਾਂ ਨੇ MLAs ਨੇ ਵੀ ਰੱਜ ਕੇ ਪੈਸਾ ਕਮਾਇਆ, ਕਰਪਸ਼ਨ ਕੀਤੀ। ਕਾਂਗਰਸ ਵਾਲੇ ਤਾਂ 10-15 ਬੰਦੇ ਅੰਦਰ ਜਾਣ ਨੂੰ ਤਿਆਰ ਨੇ। ਕੇਂਦਰ ਸਰਕਾਰ ਦੀ ਜੇ ਗੱਲ ਕਰ ਲਈਏ, ਕੇਂਦਰ ਸਰਕਾਰ ਜਦੋਂ ਤੋਂ BJP ਆਈ ਆ, ਕੱਟੜਤਾ ਵੱਲ ਨੂੰ ਵਧ ਰਹੀ ਆ। ਤੁਸੀਂ ਤਰਕਸ਼ੀਲਤਾ ਦੀ ਗੱਲ ਕਰਦੇ ਹੋ, ਉਹ ਉਲਟ ਕਹਿ ਰਹੇ ਨੇ ਕਿ ਇੱਥੇ ਹਿੰਦੂ ਰਾਸ਼ਟਰਵਾਦ ਬਣਾਉਣਾ। ਇੱਥੇ ਕੁਝ ਧਰਮਾਂ ਦੇ ਲੋਕ ਬਾਹਰੋਂ ਆਏ ਨੇ, ਉਹ ਇੱਥੇ ਨਹੀਂ ਰਹਿਣੇ ਚਾਹੀਦੇ। ਦੋਨੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ, ਜਿਹਦੇ ਨਾਲ ਨੌਜਵਾਨਾਂ ਦਾ ਨੁਕਸਾਨ ਹੈ, ਪੰਜਾਬ ਨੂੰ ਭਵਿੱਖੀ ਤੌਰ 'ਤੇ ਨੁਕਸਾਨ ਹੈ, ਭਾਰਤ ਨੂੰ ਵੀ ਨੁਕਸਾਨ ਹੈ। ਉਹਦੇ ਬਾਰੇ ਫਿਰ ਜਿਹੜਾ ਲੋਕਾਂ ਨੇ, ਜਿਵੇਂ ਪੰਜਾਬ ਦੇ ਵਿੱਚ ਹੈ, ਬਦਲਾਅ ਦੇ ਨਾਂ 'ਤੇ ਨਵੀਂ ਸਰਕਾਰ ਲਿਆਂਦੀ, ਕਿਤੇ ਨਾ ਕਿਤੇ ਲੋਕਾਂ ਨੂੰ ਫਿਰ ਵੀ ਬੇਚੈਨੀ ਹੋਣ ਲੱਗੀ ਕਿ ਇਹ ਉਮੀਦਾਂ 'ਤੇ ਖਰੀ ਨਹੀਂ ਉਤਰੀ। ਕੇਂਦਰ ਦੇ ਵਿੱਚ ਜੇ BJP ਨੂੰ ਬਦਲਣਾ ਚਾਹੁੰਦੇ ਆ, ਅਲਟਰਨੇਟਿਵ ਕੋਈ ਨਜ਼ਰ ਨਹੀਂ ਆ ਰਿਹਾ। ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕਾਂ ਦੀ ਸੋਚ 'ਚ ਵੀ ਕੋਈ ਨਾ ਕੋਈ ਗੜਬੜ ਆ ਗਈ, ਜਾਂ ਇਹ ਕਹਿ ਸਕਦੇ ਹਾਂ ਸਾਡੇ ਪੋਲੀਟੀਕਲ ਲੋਕਾਂ ਨੇ ਹੀ ਬੇੜਾ ਗਰਕ ਕਰਤਾ। ਹਾਂ, ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਦੇਖੋ, ਡੈਮੋਕ੍ਰੇਸੀ ਦੇ ਵਿੱਚ ਜਿਹੜਾ ਚਾਰੇ ਪਿੱਲਰ ਅਸੀਂ ਮੰਨ ਕੇ ਚੱਲਦੇ ਹਾਂ, ਉਹਨਾਂ ਤੋਂ ਇਲਾਵਾ ਜਿਹੜਾ ਪੰਜਵਾਂ ਪਿੱਲਰ, ਅਸਲੀ ਪਿੱਲਰ ਆ, ਉਹ ਪਬਲਿਕ ਹੁੰਦੀ ਹੈ। ਜੇ ਪਬਲਿਕ ਹੀ ਸਿਆਣੀ ਨਹੀਂ ਹੋਏਗੀ ਅਤੇ ਤੁਸੀਂ ਸਰਕਾਰਾਂ ਦਾ ਕੋਈ ਵੀ ਪਹਿਲੂ ਨਹੀਂ ਕੰਮ ਕਰੇਗਾ। ਹੁਣ ਇਹੀ ਪ੍ਰੋਬਲਮ ਇੱਥੇ ਆਈ ਹੈ ਕਿ ਲੋਕਾਂ ਦੇ ਵਿੱਚ ਤਰਕਸ਼ੀਲਤਾ ਜਾਂ ਵਿਗਿਆਨਿਕ ਸੋਚ ਜਾਂ ਚੰਗੀ ਸੋਚ ਹੀ ਨਹੀਂ ਹੈ। ਯਾਨੀ ਉਹ ਪੈਸੇ ਨੂੰ ਹੀ ਅਹਿਮੀਅਤ ਦੇ ਰਹੇ ਨੇ, ਪੈਸੇ ਤੋਂ ਇਲਾਵਾ ਕਿਸੇ ਗੱਲ ਨੂੰ ਦੇਖਦੇ ਹੀ ਨਹੀਂ ਪਏ। ਚੰਗਾ ਬੰਦਾ ਤਾਂ ਦਿਸਦਾ ਹੀ ਨਹੀਂ ਉਹਨਾਂ ਨੂੰ। ਚੰਗਾ ਬੰਦਾ ਨਾ ਦਿਸਣਾ ਇਹ ਘਾਟ ਆ ਉਹਨਾਂ ਦੀ, ਸੱਚ ਵੱਲ ਨੂੰ ਤੁਰੇ ਹੀ ਨਹੀਂ। ਅਸੀਂ ਫਿਲਾਸਫੀ ਸਾਡੀ ਬਹੁਤ ਕਮਜ਼ੋਰ ਹੈ। ਅਤੇ ਜੇ ਡੈਮੋਕ੍ਰੇਸੀ ਦੇ ਵਿੱਚ ਅਸੀਂ ਪਿੱਲਰ ਬਣ ਕੇ ਨਹੀਂ ਕੰਮ ਕਰਾਂਗੇ, ਪਬਲਿਕ ਕੰਮ ਨਹੀਂ ਕਰੇਗੀ, ਤਾਂ ਕੋਈ ਵੀ ਸਰਕਾਰ, ਕੋਈ ਵੀ ਅਦਾਰਾ ਕਦੇ ਕੰਮ ਕਰ ਹੀ ਨਹੀਂ ਸਕਦਾ। ਜੇ ਅਸੀਂ ਖੁਦ ਸਾਊਂਡ ਹੋ ਜਾਈਏ ਕਿ ਅਸੀਂ ਰਿਸ਼ਵਤ ਨਹੀਂ ਦੇਣੀ ਜਾਂ ਅਸੀਂ ਸਿਸਟਮ ਨੂੰ ਬਦਲਣਾ ਹੈ, ਜਿਵੇਂ ਤਰਕਸ਼ੀਲ ਸਾਡੇ ਪੰਜਾਬ 'ਚ ਬਹੁਤ ਵਧੀਆ ਕੰਮ ਕਰ ਰਹੇ ਨੇ, ਔਰ ਬਹੁਤ ਮੈਨੂੰ ਮਾਣ ਹੈ ਇਸ ਗੱਲ 'ਤੇ ਵੀ ਇਸ ਸੰਸਥਾ 'ਚ ਅਸੀਂ ਕੰਮ ਕੀਤਾ। ਔਰ 30-40 ਸਾਲ, 35 ਸਾਲ, 38 ਸਾਲ ਹੋ ਗਏ। ਅਤੇ ਇਹਦੇ ਨਾਲ ਹੀ ਇਹੀ ਤਬਦੀਲੀ ਲਿਆਉਣਗੇ। ਜਦੋਂ ਲੋਕ ਪਿਛੜੇ ਹੋਏ ਨੇ ਤਾਂ ਸਾਡਾ ਤਾਂ ਗੰਦ ਸਗੋਂ ਸਾਹਮਣੇ ਆ ਰਿਹਾ, ਜੋ ਸਾਡੇ 'ਚ ਬੁਰਾਈਆਂ ਸੀ ਉਹ ਸਾਹਮਣੇ ਆ ਰਹੀਆਂ ਕੇਂਦਰ ਸਰਕਾਰ ਤੋਂ, ਵੀ ਅਸੀਂ ਵੋਟਾਂ ਪਾਉਣ ਵਾਲੇ ਹਾਂ, ਅਸੀਂ ਉਹਦੇ ਵੱਲ ਨੂੰ ਆ। ਇਹ ਨਹੀਂ ਕਿ ਛੋਟੇ ਆਮ ਗਰੀਬ ਬੰਦਾ ਉਹਨਾਂ ਨੂੰ ਵੋਟਾਂ ਪਾ ਰਿਹਾ ਲਾਲਚ ਆ ਕੇ। ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਉਹਨਾਂ ਨੂੰ ਲਾਈਕ ਕਰ ਰਹੇ ਨੇ। ਕਾਰਨ ਹੈ ਕਿ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ, ਉਹਨਾਂ ਨੂੰ ਉੱਪਰਲੀ ਸਲੈਬ ਨੂੰ, ਅਤੇ ਉਹ ਖੁਸ਼ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਨੁਕਸਾਨ ਸਾਡੇ ਦੇਸ਼ ਦਾ ਜਾਂ ਸਮਾਜ ਦਾ ਕਿੰਨਾ ਵੱਡਾ ਹੁੰਦਾ ਹੈ, ਵੀ ਦੇਸ਼ ਸਾਡਾ ਪਿਛੜ ਰਿਹਾ ਬਹੁਤ ਜ਼ਿਆਦਾ, ਔਰ ਇੱਦਾਂ ਕਰਾਂਗੇ ਤਾਂ ਅਸੀਂ ਹੋਰ ਪਿਛੜ ਜਾਵਾਂਗੇ। ਇੱਕ ਮੈਂ ਸਵਾਲ ਹੋਰ ਲੈਣਾ ਚਾਹੁੰਦਾ ਬੰਗ ਸਾਹਿਬ, ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ 'ਤੇ
ਕੁਝ ਲੋਕ ਆਪਣੇ ਵਿਚਾਰ ਧੱਕੇ ਨਾਲ ਠੋਸੀ ਜਾਂਦੇ ਆ, ਪਿੱਛੇ ਉਵੇਂ ਦਾ ਲਾਮ ਲਸ਼ਕਰ ਲੱਗ ਜਾਂਦਾ। ਇਹਨਾਂ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਹੈ ਕਿ ਬਈਏ ਪੰਜਾਬ ਦੇ ਵਿੱਚ ਮਾਹੌਲ ਖ਼ਰਾਬ ਕਰਦੇ ਨੇ, ਬਈਏ ਸਿੱਖਾਂ ਦੀ ਪੱਗ ਨੂੰ ਹੱਥ ਲਾ ਰਹੇ ਨੇ, ਜਦ ਕਿ ਤੁਸੀਂ ਵੀ ਮਿਹਨਤ ਮਜ਼ਦੂਰੀ ਕਰਕੇ ਤਰੱਕੀ ਕੀਤੀ ਹੈ। ਉਹ ਵੀ ਹੱਥੀਂ ਕਿਰਤ ਕਰਨ ਵਾਲੇ ਬੰਦੇ ਆ। ਗੁਰਬਾਣੀ ਕਹਿੰਦੀ ਆ ਕਿ ਜਿਹੜਾ ਕਿਰਤ ਕਰਦਾ ਉਹ ਵਧੀਆ ਬੰਦਾ ਹੁੰਦਾ ਹੈ। ਪਰ ਜਿਹੜੇ ਸਾਡੇ ਸਿੱਖੀ ਸੋਚ ਨੂੰ ਜਿਹੜੇ ਲੋਕ ਮੰਨਦੇ ਆ, ਉਹ ਵੀ ਬਈਆਂ ਦੇ ਪਿੱਛੇ ਪਏ ਹੋਏ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਤਾਂ ਆਪ ਹੀ ਆਪਣੇ ਵਰਖਲਾ ਭੁਗਤ ਰਹੇ ਹਾਂ, ਜਦੋਂ ਅਸੀਂ ਖੁਦ ਕਹਿ ਰਹੇ ਹਾਂ ਸਾਡੇ ਬੱਚੇ ਜਾ ਕੇ ਬਾਹਰ ਸੈਟਲ ਹੋਣ, ਉੱਥੇ ਜਾ ਕੇ ਮਿਨਿਸਟਰ ਬਣਨ, ਔਰ ਬੜੇ ਚਾਅ ਕਰਦੇ ਹਾਂ ਅਸੀਂ ਜਦੋਂ ਕੋਈ ਪੌਦਾ ਚੰਗਾ ਮਿਲਦਾ, ਕੋਈ ਜੱਜ ਬਣਦਾ, ਕੋਈ ਹੋਰ ਬਣਦਾ, ਅਸੀਂ ਉੱਥੇ ਪਰਮਾਨੈਂਟ ਇਮੀਗ੍ਰੇਸ਼ਨ ਲੈਂਦੇ ਹਾਂ, ਉੱਥੇ ਪਰਮਾਨੈਂਟ ਰਹਿਣ ਦੀ ਗੱਲ ਕਰਦੇ ਹਾਂ, ਘਰ ਖਰੀਦਦੇ ਹਾਂ। ਫਿਰ ਦੂਸਰਿਆਂ ਨੂੰ ਵੀ ਹੱਕ ਹੈ ਇੱਥੇ ਆਉਣ ਦਾ। ਜੇ ਤੁਸੀਂ ਜਗ੍ਹਾ ਸਪੇਸ ਖਾਲੀ ਕਰੋਗੇ ਇੱਥੇ, ਉੱਥੇ ਜਗ੍ਹਾ 'ਚ ਤਾਂ ਦੂਸਰਾ ਫਿੱਟ ਹੋਏਗਾ ਹੀ, ਲੋੜ ਬਣਦੀ ਜਾਏਗੀ। ਜਿੰਨੇ ਜ਼ਿਆਦਾ ਇੱਥੇ ਜਾਣਗੇ ਉਹਨੇ ਜ਼ਿਆਦਾ ਆਉਣ ਇੱਥੇ ਆਉਣਗੇ। ਅੱਛਾ, ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਬੱਚੇ ਨੇ ਕੁਝ ਨਵੀਂ ਗਿਆਨ ਲੈਣਾ, ਨਵੀਂ ਨੌਲੇਜ ਹੈ, ਜਾਂ ਜਿਹੜਾ ਬਿਲਕੁਲ ਹੀ ਨਹੀਂ ਕੋਈ ਸਾਧਨ ਹੈਗਾ ਤਾਂ ਉਹ ਚਲਾ ਜਾਵੇ। ਲੇਕਿਨ ਇੱਥੇ ਤਾਂ ਲਾਈ ਲੱਗਦਾ ਵਾਂਗੂ ਜਾ ਰਹੇ ਨੇ ਲੋਕ, ਜਿਵੇਂ ਬਿਨਾਂ ਸੋਚਿਆ ਸਮਝਿਆ 1 1.5 ਲੱਖ ਬੱਚਾ ਹਰ ਸਾਲ ਜਾ ਰਿਹਾ, ਔਰ 25 30 40 ਲੱਖ ਰੁਪਈਆ ਲਿਜਾ ਰਿਹਾ। ਔਰ ਪੰਜਾਬ ਇਸ ਵੇਲੇ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੋ ਰਿਹਾ। ਉਹ ਜਿਹੜੀ ਕਮਜ਼ੋਰੀ ਆ ਉਹ ਇੱਥੋਂ ਦੇ ਸਾਰੇ ਪੱਖ ਦੇ ਉੱਤੇ ਨਜ਼ਰ ਆ ਰਹੀ ਹੈ ਕੁਝ ਸਾਲਾਂ ਤੋਂ। ਔਰ ਅੱਗੇ ਆਉਣ ਵਾਲਾ ਸਮਾਂ ਤਾਂ 10 ਸਾਲਾਂ ਦਾ ਪੰਜਾਬ ਦਾ ਬਹੁਤ ਹੀ ਬੁਰਾ ਹੋਣ ਵਾਲਾ, ਕਿਉਂ ਇੱਥੇ ਨਾ ਤਾਂ ਤੁਹਾਨੂੰ ਨੌਜਵਾਨ ਚੰਗਾ ਕੋਈ ਮਿਲੇਗਾ, ਔਰ ਨਾ ਹੀ ਇੱਥੇ ਪੈਸਾ ਹੋਏਗਾ। ਪੈਸਾ ਵੀ ਇੱਕ ਬੌਧਿਕ ਕੰਗਾਲੀ ਇਹ ਵੀ ਹੈ ਕਿ ਜਿਹੜੇ ਸਾਡੇ ਵਾਲੇ ਉੱਧਰ ਜਾਂਦੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਉਹ ਤੱਕ NRI ਅਸੀਂ ਮਤਲਬ ਇੱਕ ਉਹਦੇ ਵਾਂਗੂ ਬਣਾ ਲਏ ਵੀ ਸਟੇਟਸ ਵਾਲਾ ਉਹਦਾ ਹੈ ਵੀ ਅਸੀਂ NRI ਹੁੰਦੇ ਹਾਂ। ਇੱਥੇ ਜਦੋਂ ਆਉਂਦੇ ਆ ਉਹਨਾਂ ਨੂੰ ਬਈਆ ਕਹਿ ਕੇ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ। ਫਿਰ ਸਾਡੀ ਸੋਚ 'ਚ ਵੱਡਾ ਖੋਟ ਹੈ ਨਾ। ਹਾਂਜੀ, ਇਸ ਤਰ੍ਹਾਂ ਹੈ ਕਿ ਇੱਥੋਂ ਅਸੀਂ ਲੇਬਰ ਤੋਂ ਅਸੀਂ ਸੁਪਰਵਾਈਜ਼ਰ ਲੈਣੀ ਹੁੰਦੀ ਆ, ਜਾਂ ਉੱਪਰ ਅਹੁਦਿਆਂ 'ਤੇ ਕੰਮ ਕਰਨਾ ਹੁੰਦਾ ਜਦੋਂ ਸਿਆਣੇ ਹੋ ਜਾਂਦੇ ਹਾਂ। ਜਿਵੇਂ ਮੈਂ ਪਹਿਲਾਂ ਹੱਥੀਂ ਕੰਮ ਕਰਦਾ ਰਿਹਾ, ਫਿਰ ਮੈਂ ਠੇਕੇਦਾਰੀ ਕਰਦਾ ਰਿਹਾ, ਫਿਰ ਮੈਂ ਹੁਣ ਸੁਪਰਵਿਜ਼ਨ ਕਰਦਾ। ਆਰਕੀਟੈਕਟ ਦੇ ਨਾਲ ਬਰਾਬਰ ਜਾ ਕੇ ਬੈਠੀ ਦਾ ਗੱਲਬਾਤ ਕਰੀਦੀ ਹੈ ਉਹਨਾਂ ਉਸ ਲੈਵਲ 'ਤੇ। ਉਹ ਲੈਵਲ ਸਾਡੇ ਬੱਚਿਆਂ ਨੂੰ ਚਾਹੀਦਾ ਸੀ ਵੀ ਇੱਥੇ ਸੀਨੀਅਰ ਬਣਦੇ। ਪਹਿਲਾਂ ਇੱਥੇ ਸੀਨੀਅਰ ਪੜ੍ਹਨਾ ਵੀ ਛੱਡਤਾ ਉਹਨਾਂ ਨੇ, ਔਰ ਉੱਥੇ ਜਾ ਕੇ ਮਜ਼ਦੂਰ ਬਣ ਗਏ। ਔਰ ਉਹਨਾਂ ਦੀ ਫਿਰ ਸਾਰੀ ਉਮਰ ਪੈਸਾ ਇਕੱਠਾ ਕਰਨ 'ਤੇ ਲੱਗੇ ਰਹਿੰਦੇ ਨੇ, ਸਮਾਨ ਪੈਦਾ ਕਰਨ 'ਤੇ। ਔਰ ਫਿਲਾਸਫੀਕਲੀ ਉਹ ਬਹੁਤ ਹੀ ਘੱਟ ਲੋਕ ਨੇ ਉੱਥੇ ਜਿਹੜੇ ਪੜ੍ਹਦੇ ਲਿਖਦੇ ਨੇ। ਔਰ ਉਹ ਮਤਲਬ ਜਿਹੜੀ ਮਾਨਸਿਕ ਗੁਲਾਮੀ ਆ ਜਾਂ ਮਾਨਸਿਕ ਉਹਨਾਂ ਦੀ ਕਮਜ਼ੋਰੀ ਆ, ਉਹ ਤਾਂ ਬਹੁਤ ਬੜੀ ਹੋਈ ਹੈ। ਜ਼ੁਲਮ ਦੇ ਉੱਠੇ ਤੂਫਾਨਾਂ ਵਿੱਚ ਖੜੇ ਨੇ ਲੋਕ ਜਦ ਵੀ, ਜ਼ਿੰਦਗੀ ਰੁਸ਼ਨਾ ਗਏ ਨੇ ਉਹ ਲੜੇ ਨੇ ਲੋਕ ਜਦ ਵੀ। ਜ਼ਿੰਦਗੀ ਰੁਸ਼ਨਾ ਗਏ ਨੇ ਉਹ ਲੜੇ ਨੇ ਲੋਕ ਜਦ ਵੀ, ਜ਼ੁਲਮ ਦੇ ਉੱਠੇ ਤੂਫਾਨਾਂ ਵਿੱਚ ਖੜੇ ਨੇ ਲੋਕ ਜਦ ਵੀ। ਵੀ ਜਿੰਨਾ ਚਿਰ ਅਸੀਂ ਲੜਾਂਗੇ ਨਹੀਂ, ਇਕੱਠੇ ਹੋ ਕੇ ਖੜਾਂਗੇ ਨਹੀਂ, ਤੇ ਮੇਰਾ ਖਿਆਲ ਹੈ ਜ਼ਿੰਦਗੀ ਸਾਨੂੰ ਰਾਹ ਨਹੀਂ ਦੇਗੀ। ਉਹ ਕਿਤੇ ਵੀ ਹੈ, ਮਨੁੱਖ ਨੇ ਹਮੇਸ਼ਾ ਹੀ ਕੁਦਰਤ ਦਾ ਵੀ ਵਿਰੋਧ ਕੀਤਾ, ਕੁਦਰਤ ਦਾ ਫਾਇਦਾ ਵੀ ਉਠਾਇਆ, ਅਤੇ ਕੁਦਰਤ ਨੂੰ ਆਪਣੇ ਮੁਤਾਬਕ ਵੀ ਢਾਲਿਆ। ਅਤੇ ਸਾਨੂੰ ਅੱਜ ਜਿਹੜੀਆਂ ਹਾਲਤਾਂ ਨੇ, ਔਕੜਾਂ ਨੇ, ਉਹਨੂੰ ਆਪਣੇ ਮੁਤਾਬਕ ਢਾਲਣਾ ਹੋਏਗਾ। ਆਪਣੇ ਰਾਹ ਆਪਣੇ ਬਣਾਉਣੇ ਹੋਣਗੇ। ਔਰ ਹਾਲੇ ਵੀ ਕੋਈ ਦੇਰ ਨਹੀਂ ਹੋਈ। ਸਾਨੂੰ ਫਿਲਾਸਫੀ ਨੂੰ ਨਹੀਂ ਛੱਡਣਾ ਚਾਹੀਦਾ। ਫਿਲਾਸਫੀ ਦੀ ਜਿਹੜੀ ਕੰਗਾਲੀ ਹੈ, ਉਹਦੇ 'ਚ ਤਰਕਸ਼ੀਲਤਾ ਆਉਂਦੀ ਸਾਡੀ, ਵੀ ਤਰਕ ਨਾਲ ਗੱਲ ਕਰਨੀ, ਵਿਗਿਆਨ ਨਾਲ ਗੱਲ ਕਰਨੀ, ਔਰ ਵਿਗਿਆਨ 'ਚੋਂ ਹੀ ਸਾਰੀਆਂ ਗੱਲਾਂ ਨਿਕਲਣੀਆਂ ਨੇ ਵੀ ਇਹ ਸਮੱਸਿਆਵਾਂ ਦੇ ਹੱਲ ਕੀ ਨੇ। ਠੀਕ ਹੈ। ਸੋ ਇਹ ਸਨ ਰਾਮ ਸਿੰਘ ਬੰਗ, ਜਿਨ੍ਹਾਂ ਦੀ ਲਾਈਫ ਦਾ ਇੱਕ ਵੱਖਰੀ ਕਿਸਮ ਦਾ ਤਜਰਬਾ ਹੈ। 2 ਮਹੀਨੇ ਦੇ ਸਨ ਜਦੋਂ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ ਹੈ, ਉਦੋਂ ਇੱਧਰਲੇ ਪਾਸੇ ਆਏ। ਇੱਥੇ ਆ ਕੇ ਮਿਹਨਤ ਮਜ਼ਦੂਰੀ ਕੀਤੀ, ਠੇਕੇਦਾਰੀ ਕੀਤੀ, ਜ਼ਿੰਦਗੀ ਨੂੰ ਸਹੀ ਪਾਸੇ ਲੈ ਕੇ ਗਏ। ਇੱਕ ਧਾਰਨਾ ਇਹ ਬਣ ਗਈ ਸੀ ਇਹਨਾਂ ਦੇ ਪਿਤਾ ਦੀ, ਭਰਾ ਦੀ, ਕਿ ਦੁਨੀਆ ਛੱਡ ਜਾਵੋ, ਸਾਧੂਆਂ ਵਾਲੀ ਜ਼ਿੰਦਗੀ ਜਾਂ ਫਿਰ ਧਰਮ ਵਾਲੇ ਪਾਸੇ ਲੱਗ ਜਾਵੋ, ਮਿਹਨਤ ਤੋਂ ਜਾਣੀ ਪਾਸਾ ਵੱਟ ਲਵੋ। ਇਹਨਾਂ ਨੇ ਮਿਹਨਤ ਦਾ ਪੱਲਾ ਫੜੀ ਰੱਖਿਆ, ਨਾਲ ਚੰਗੀ ਐਜੂਕੇਸ਼ਨ ਵੀ ਹਾਸਲ ਕੀਤੀ। ਸੋ ਚੰਗਾ ਮੁਕਾਮ ਹਾਸਲ ਕੀਤਾ। ਇੱਕ ਵਧੀਆ ਉਦਾਹਰਨ ਨੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਉਡਾਰੀ ਮਾਰ ਰਹੇ ਨੇ। ਕੈਮਰਾਮੈਨ ਜਗਸੀਰ ਦੇ ਨਾਲ ਦਰਸ਼ਨ ਸਿੰਘ ਖੋਖਰ, ਪਟਿਆਲਾ।